ਧਰਮ ਰਾਹੀਂ ਸੱਚ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਸਮਰਪਿਤ ਸਬਸਕ੍ਰਾਈਬ ਕਰੋ ਸਾਡਾ ਨਵਾਂ ਚੈਨਲ ਦਾ ਖਾਲਸ ਟੀਵੀ ਧਰਮ। कल तक मेरे लाल दिए सुखिया। ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ ਤੇ ਇੰਨਾ ਵਿਵਾਦ ਕਿਉਂ ਖੜਾ ਹੋਇਆ, ਇਸ ਤੇ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ। ਕੌਣ ਇਹਦੇ 'ਚ ਜ਼ਿੰਮੇਵਾਰ ਹੈ? ਪਰ ਉਸ ਤੋਂ ਪਹਿਲਾਂ ਇੱਕ ਖਬਰ ਤੁਹਾਨੂੰ ਦੱਸ ਦਈਏ, ਹੁਣੇ ਸਾਨੂੰ ਮਿਲੀ ਹੈ ਕਿ ਵੇਰਕਾ ਪਿੰਡ ਦੇ ਵਾਸੀਆਂ ਨੇ, ਜਿਨ੍ਹਾਂ ਨੇ ਕੱਲ ਰੌਲਾ ਪਾਇਆ ਸੀ ਕਿ ਅਸੀਂ ਭਾਈ ਨਿਰਮਲ ਸਿੰਘ ਖਾਲਸਾ ਦਾ ਅੰਤਿਮ ਸੰਸਕਾਰ ਆਪਣੇ ਪਿੰਡ ਦੀ ਸ਼ਮਸ਼ਾਨ ਭੂਮੀ ਦੇ ਵਿੱਚ ਨਹੀਂ ਹੋਣ ਦੇਣਾ, ਉਸ ਪਿੰਡ ਦੀ ਪੰਚਾਇਤ ਨੇ ਅੱਜ ਐਲਾਨ ਕੀਤਾ ਹੈ ਕਿ ਅੰਮ੍ਰਿਤਸਰ ਪਠਾਨਕੋਟ ਹਾਈਵੇ ਤੇ 10 ਕਨਾਲਾਂ ਥਾਂ ਜਿਹੜੀ ਤਕਰੀਬਨ 1.25 ਏਕੜ ਬਣਦੀ ਹੈ, ਉਹਦਾ ਮਤਾ ਪਾ ਕੇ ਭਾਈ ਨਿਰਮਲ ਸਿੰਘ ਖਾਲਸਾ ਦੇ ਪਰਿਵਾਰ ਨੂੰ ਪੰਚਾਇਤ ਨੇ ਸੌਂਪ ਦਿੱਤੀ ਹੈ ਕਿ ਇਸੇ ਥਾਂ ਤੇ ਚਾਹੇ ਉਹਨਾਂ ਦੀ ਯਾਦਗਾਰ ਬਣਾਓ ਜਾਂ ਸੰਗੀਤ ਅਕੈਡਮੀ ਖੋਲੋ, ਉਹਨਾਂ ਨੂੰ ਕੋਈ ਇਸ ਦੇ ਨਾਲ ਸਮੱਸਿਆ ਨਹੀਂ ਹੈ। ਉਹੀ ਥਾਂ ਹੈ ਜਿੱਥੇ ਕੱਲ ਰਾਤ ਭਾਈ ਨਿਰਮਲ ਸਿੰਘ ਖਾਲਸਾ ਦਾ ਅੰਤਿਮ ਸੰਸਕਾਰ ਹੋਇਆ ਸੀ। ਸੋ ਪਹਿਲਾਂ ਬਾਪੂ ਬਲਦੇਵ ਸਿੰਘ ਜਿਨ੍ਹਾਂ ਦੀ ਮੌਤ ਹੋਈ ਸੀ ਪਠਲਾਵਾ ਪਿੰਡ ਦੇ ਵਿੱਚ, ਉਸ ਤੋਂ ਬਾਅਦ ਭਾਈ ਨਿਰਮਲ ਸਿੰਘ ਖਾਲਸਾ, ਦੋਵਾਂ ਦੀ ਮੌਤ ਤੋਂ ਬਾਅਦ ਬੜਾ ਵਿਵਾਦ ਜਾਂ ਛਿੜਿਆ, ਬੜੀ ਚਰਚਾ ਹੋ ਰਹੀ ਹੈ। ਮੌਤਾਂ ਪੂਰੀ ਦੁਨੀਆ ਦੇ ਵਿੱਚ ਹੋ ਰਹੀਆਂ ਨੇ ਲੋਕਾਂ ਦੀਆਂ ਕਰੋਨਾ ਵਾਇਰਸ ਦੇ ਨਾਲ, ਪਰ ਇਹਨਾਂ ਦੋਨਾਂ ਦੀ ਮੌਤ ਤੇ ਖਾਸੀ ਚਰਚਾ ਹੋ ਰਹੀ ਹੈ। ਕਿੰਨੇ ਖੁਦਗਰਜ਼ ਤੇ ਕਿੰਨੇ ਬੇਅਣਖੇ ਜੇ ਹੋ ਗਏ ਆ ਅਸੀਂ ਕਿ ਇੱਕ ਵਿਅਕਤੀ ਦੀ ਮੌਤ ਜਦੋਂ ਹੋ ਜਾਂਦੀ ਹੈ, ਉਹ ਵੀ ਉਸ ਵਿਅਕਤੀ ਦੀ ਜਿਹੜਾ ਕਿ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਹੈ ਆਪਣੀਆਂ ਸੇਵਾਵਾਂ ਦੇ ਕਰਕੇ, ਉਸ ਦੇ ਲਈ ਅਸੀਂ ਅੰਤਿਮ ਸੰਸਕਾਰ ਦੇ ਲਈ ਜ਼ਮੀਨ ਦੇਣ ਤੋਂ ਮਨਾ ਕਰ ਦਿੰਦੇ ਹਾਂ। ਇਸ ਦੇ ਵਿੱਚ ਸਭ ਤੋਂ ਵੱਡਾ ਸਵਾਲ, ਸਭ ਤੋਂ ਪਹਿਲਾ ਸਵਾਲ ਇਹ ਖੜਾ ਹੁੰਦਾ ਹੈ ਕਿ ਮੌਤਾਂ ਪੰਜਾਬ ਦੇ ਵਿੱਚ 5 ਹੋ ਚੁੱਕੀਆਂ ਨੇ, ਪਰ ਸਿਰਫ ਤੇ ਸਿਰਫ ਭਾਈ ਨਿਰਮਲ ਸਿੰਘ ਖਾਲਸਾ ਦੇ ਅੰਤਿਮ ਸੰਸਕਾਰ ਦੇ ਮੌਕੇ ਹੀ ਕਿਉਂ ਇਹ ਵਿਵਾਦ ਖੜਾ ਹੋਇਆ? ਕਿ ਬਾਕੀਆਂ ਦਾ ਅੰਤਿਮ ਸੰਸਕਾਰ ਕਿਉਂ ਨਹੀਂ ਹੋਇਆ ਨਹੀਂ ਹੈਗਾ? ਦੂਸਰਾ ਕਿ ਪ੍ਰਸ਼ਾਸਨ ਨੇ ਉਹਨਾਂ ਦੀ ਮ੍ਰਿਤਕ ਦੇਹ ਦੀ ਬੇਅਦਬੀ ਆਖਿਰ ਕਿਉਂ ਕੀਤੀ ਹੈ? ਪ੍ਰਸ਼ਾਸਨ ਦੇ ਵਿੱਚ ਉੱਪਰ ਤੋਂ ਲੈ ਕੇ ਥੱਲੇ ਤੱਕ ਵੱਖਰੇ ਅਹੁਦਿਆਂ ਵਾਲੇ ਅਧਿਕਾਰੀ ਹੁੰਦੇ ਨੇ, ਹਰ ਕਿਸੇ ਕੋਲ ਪਾਵਰ ਹੁੰਦੀ ਹੈ। ਸ਼ਹਿਰ ਦਾ ਜਿਹੜਾ ਜ਼ਿਲ੍ਹਾ ਅਧਿਕਾਰੀ, ਮੁੱਖ ਅਧਿਕਾਰੀ ਡੀਸੀ ਹੁੰਦਾ, ਡੀਸੀ ਦੇ ਕੋਲ ਤਾਕਤਾਂ ਹੁੰਦੀਆਂ ਨੇ। ਜੇ ਅੰਮ੍ਰਿਤਸਰ ਦੇ ਵਿੱਚ ਪਹਿਲਾਂ 2 ਸ਼ਮਸ਼ਾਨ ਘਾਟਾਂ ਦੇ ਵਿੱਚ ਲੈ ਕੇ ਗਏ ਭਾਈ ਨਿਰਮਲ ਸਿੰਘ ਖਾਲਸਾ ਦੀ ਦੇਹ ਨੂੰ, ਉੱਥੇ ਉਹਨਾਂ ਨੇ ਇਨਕਾਰ ਕੀਤਾ ਕਿ ਉਹਨਾਂ ਦੇ ਕੋਲ ਹੱਕ ਹੁੰਦਾ ਹੈ ਕਿ ਪ੍ਰਸ਼ਾਸਨ ਨੂੰ ਤੁਸੀਂ ਇਨਕਾਰ ਕਰ ਦਿਓ। ਹਾਲਾਂਕਿ ਇਹ ਵੀ ਜਾਣਕਾਰੀ ਮਿਲੀ ਹੈ ਕਿ ਅੰਮ੍ਰਿਤਸਰ ਦੇ ਐਸਡੀਐਮ ਨੇ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਉੱਥੇ ਕੌਂਸਲਰਾਂ ਨੂੰ, ਪਰ ਕਿਸੇ ਨੇ ਨਹੀਂ ਮੰਨੀ। ਪਰ ਡੀਸੀ ਦੀਆਂ ਤਾਕਤਾਂ ਦਾ ਕੀ ਮਤਲਬ ਹੈ ਕਿ ਡੀਸੀ ਹੁਕਮ ਨਹੀਂ ਕਰ ਸਕਦਾ? ਪਹਿਲਾਂ ਤੋਂ ਹੀ ਇਹ ਪ੍ਰਬੰਧ ਨਹੀਂ ਹੋਣੇ ਚਾਹੀਦੇ ਸੀਗੇ। ਉਸ ਤੋਂ ਬਾਅਦ ਹੈ ਕਿ ਪਦਮ ਸ਼੍ਰੀ ਪੁਰਸਕਾਰ ਪ੍ਰਾਪਤ ਸੀਗੇ ਭਾਈ ਨਿਰਮਲ ਸਿੰਘ ਖਾਲਸਾ। ਜੇ ਕਿਸੇ ਸੂਬੇ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਪਦਮ ਸ਼੍ਰੀ ਪੁਰਸਕਾਰ ਕਿਸੇ ਵੀ ਖੇਤਰ ਦੇ ਵਿੱਚ ਮਿਲਿਆ ਹੈ ਤਾਂ ਕੀ ਉਸ ਸੂਬੇ ਦੀ ਸਰਕਾਰ ਦੀ ਕੋਈ ਜਵਾਬਦੇਹੀ ਨਹੀਂ ਹੁੰਦੀ, ਕੋਈ ਜ਼ਿੰਮੇਵਾਰੀ ਨਹੀਂ ਹੁੰਦੀ? ਕਿ ਕੈਪਟਨ ਸਾਹਿਬ ਦੀ ਇੱਥੇ ਕੋਈ ਜ਼ਿੰਮੇਵਾਰੀ ਨਹੀਂ ਸੀ? ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ ਸਵੇਰੇ 4:30 ਵਜੇ ਹੋ ਜਾਂਦੀ ਹੈ, ਪਤਾ ਲੱਗ ਜਾਂਦਾ ਹੈ, ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕੀ ਕੋਈ ਫਰਜ਼ ਨਹੀਂ ਸੀ ਬਣਦਾ? ਸਰਕਾਰ ਹੋਣ ਦੇ ਨਾਤੇ ਵੀ ਤੇ ਇਖਲਾਕੀ ਤੌਰ ਤੇ ਵੀ ਕੋਈ ਫਰਜ਼ ਨਹੀਂ ਸੀ ਬਣਦਾ ਕਿ ਉਹਨਾਂ ਦੇ ਅੰਤਿਮ ਸੰਸਕਾਰ ਦੇ ਲਈ ਚੰਗੇ ਪ੍ਰਬੰਧ ਕੀਤੇ ਜਾਣ ਤੇ ਉਹਨਾਂ ਦੀ ਇਸ ਤਰੀਕੇ ਦੇ ਨਾਲ ਜਿਵੇਂ ਬੇਅਦਬੀ ਕੀਤੀ ਗਈ ਹੈ ਮ੍ਰਿਤਕ ਦੇਹ ਦੀ ਅੰਤਿਮ ਸੰਸਕਾਰ ਮੌਕੇ, ਉਸ ਤਰੀਕੇ ਦੇ ਨਾਲ ਨਾ ਹੁੰਦੀ ਸ਼ਾਇਦ? ਇਹ ਹਲੇ ਸਰਕਾਰ ਤੇ ਪ੍ਰਸ਼ਾਸਨ ਤੇ ਹੀ ਸਵਾਲ ਖੜੇ ਹੋ ਰਹੇ ਨੇ। ਅੱਗੇ ਜਿਹੜੀਆਂ ਪੰਥ ਦੀਆਂ ਸ਼੍ਰੋਮਣੀ ਸੰਸਥਾਵਾਂ ਨੇ ਉਹਨਾਂ ਤੇ ਵੀ ਸਵਾਲ ਜ਼ਰੂਰ ਖੜੇ ਹੋਣਗੇ। ਅਗਲਾ ਸਵਾਲ ਹੈ ਕਿ ਦਫਾ 144 ਲੱਗੀ ਹੋਣ ਦੇ ਬਾਵਜੂਦ ਵੇਰਕਾ ਪਿੰਡ ਦੇ ਵਾਸੀ ਇੰਨੀ ਵੱਡੀ ਗਿਣਤੀ ਦੇ ਵਿੱਚ ਕਿਵੇਂ ਇਕੱਠੇ ਹੋ ਗਏ? ਜੇ ਇਕੱਠੇ ਹੋ ਗਏ ਨੇ ਤਾਂ ਕੀ ਪ੍ਰਸ਼ਾਸਨ ਨੇ ਉਹਨਾਂ ਖਿਲਾਫ ਕੋਈ ਕਾਰਵਾਈ ਕੀਤੀ? ਉਹਨਾਂ ਨੇ ਇਕੱਠੇ, ਦਫਾ 144 ਦਾ ਕੀ ਮਤਲਬ ਹੁੰਦਾ ਕਿ ਤੁਸੀਂ 2 ਤੋਂ ਵੱਧ ਨੇ ਜਿਹੜੇ ਵਿਅਕਤੀ ਉਹ ਨਹੀਂ ਇਕੱਠੇ ਹੋ ਸਕਦੇ, ਪਰ ਉੱਥੇ ਤਾਂ ਵਿਰੋਧ ਚੱਲ ਰਿਹਾ ਹੈ, ਉੱਥੇ ਨਾਅਰੇਬਾਜ਼ੀ ਹੋ ਰਹੀ ਹੈ, ਪੂਰਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਪਰ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੈ। ਕਿਉਂ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਇੰਨੇ ਲੋਕ ਇਕੱਠੇ ਕਿਵੇਂ ਹੋ ਸਕਦੇ ਨੇ? ਉਸ ਤੋਂ ਬਾਅਦ ਹੈ ਕਿ ਸਰਕਾਰ ਗਾਈਡਲਾਈਨਸ ਦਾ ਪ੍ਰਚਾਰ ਕਿਉਂ ਨਹੀਂ ਕਰ ਰਹੀ? ਕਰੋਨਾ ਵਾਇਰਸ ਦੇ ਨਾਲ ਜਿਹੜੇ ਵਿਅਕਤੀਆਂ ਦੀ ਮੌਤ ਹੁੰਦੀ ਹੈ ਉਹਨਾਂ ਦੇ ਵਾਸਤੇ ਕੇਂਦਰ ਨੇ, ਇੱਥੋਂ ਤੱਕ ਕਿ WHO ਨੇ ਵੀ, ਜਿਹੜੀ ਵਿਸ਼ਵ ਭਰ ਦੇ ਵਿੱਚ ਹਦਾਇਤਾਂ ਦਿੰਦੀ ਹੈ ਸਰਕਾਰਾਂ ਨੂੰ, ਉਹਦੇ ਵੱਲੋਂ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ। ਕਿਉਂ ਉਹਨਾਂ ਦਾ ਪ੍ਰਚਾਰ ਨਹੀਂ ਹੁੰਦਾ ਕਿ ਮ੍ਰਿਤ ਵਿਅਕਤੀ ਦੇ ਸਰੀਰ ਤੋਂ ਤੁਹਾਨੂੰ ਵਾਇਰਸ ਨਹੀਂ ਫੈਲ ਸਕਦਾ? ਅੰਤਿਮ ਸੰਸਕਾਰ ਜਦੋਂ ਉਸ ਵਿਅਕਤੀ ਦਾ ਕਰਨਾ ਹੈ ਉਹਦੇ ਲਈ ਵੀ ਗਾਈਡਲਾਈਨਸ ਨੇ। ਜਿਹੜੀ ਨੈਸ਼ਨਲ ਪਬਲਿਕ ਹੈਲਥ
ਐਮਰਜੈਂਸੀ ਟੀਮ ਹੈ ਉਹਦੇ ਵੱਲੋਂ ਵੀ ਗਾਈਡਲਾਈਨਸ ਨੇ ਕਿ ਫੈਮਿਲੀ ਮੈਂਬਰ ਅੰਤਿਮ ਸੰਸਕਾਰ ਦੇ ਵਿੱਚ ਜਾ ਸਕਦੇ ਨੇ, ਕਲੋਜ਼ ਫੈਮਿਲੀ ਮੈਂਬਰ ਵੀ ਜਾ ਸਕਦੇ ਨੇ, ਯਾਨੀ ਕਿ ਰਿਸ਼ਤੇਦਾਰ ਵੀ ਜਾ ਸਕਦੇ ਨੇ ਤੇ ਫਰੈਂਡਸ ਵੀ ਜਾ ਸਕਦੇ ਨੇ, ਮਿੱਤਰ ਦੋਸਤ ਵੀ ਜਾ ਸਕਦੇ ਨੇ, ਪਰ ਗਿਣਤੀ ਹੈ ਜਿਹੜੀ ਉਹ 10 ਹੋਣੀ ਚਾਹੀਦੀ ਹੈ। ਕਿਉਂ ਇਹੋ ਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਬਲਦੇਵ ਸਿੰਘ ਦੀ ਜਦੋਂ ਹੋਇਆ ਸੀ ਅੰਤਿਮ ਸੰਸਕਾਰ ਕਿ ਉਹਨਾਂ ਨੂੰ ਮੋਢਾ ਦੇਣ ਲਈ 4 ਵਿਅਕਤੀ ਨਹੀਂ ਸੀਗੇ, ਇੱਕ ਪਾਸੇ ਸਿਰਫ ਸ਼ਮਸ਼ਾਨ ਘਾਟ ਦੇ 2 ਬੰਦੇ ਸੀ, ਦੂਸਰੇ ਪਾਸੇ ਇੱਕ ਉਹਨਾਂ ਦੇ ਮੁੰਡੇ ਨੇ ਹੀ ਚੁੱਕਿਆ ਹੋਇਆ ਸੀ। ਕਿਉਂ ਇਹੋ ਜਿਹੀਆਂ ਤਸਵੀਰਾਂ ਲੋਕਾਂ ਦੇ ਜਿਹੜੇ ਜਿੱਦਾਂ ਖੂਨ ਚਿੱਟੇ ਹੋ ਗਏ ਨੇ, ਇਹੋ ਜਿਹੀਆਂ ਤਸਵੀਰਾਂ ਕਿਉਂ ਆ ਰਹੀਆਂ ਨੇ? ਕਿਉਂਕਿ ਪ੍ਰਚਾਰ ਨਹੀਂ ਹੋ ਰਿਹਾ, ਅਵੇਅਰਨੈਸ ਨਹੀਂ ਹੈ ਲੋਕਾਂ ਦੇ ਵਿੱਚ। ਸਾਫ਼ ਤੌਰ ਤੇ ਲਿਖਿਆ ਹੈ ਕਿ ਪਰਿਵਾਰ ਜਾ ਸਕਦਾ ਹੈ, ਰਿਸ਼ਤੇਦਾਰ ਜਾ ਸਕਦੇ ਨੇ, ਮਿੱਤਰ ਜਾ ਸਕਦੇ ਨੇ, ਦੋਸਤ ਮਿੱਤਰ ਜਾ ਸਕਦੇ ਨੇ, ਪਰ ਗਿਣਤੀ 10 ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਸ ਦੇ ਨਾਲ ਹੀ WHO ਦੀਆਂ ਜਿਹੜੀਆਂ ਰਿਕਮੈਂਡੇਸ਼ਨਸ ਨੇ ਉਹਨਾਂ ਦੇ ਵਿੱਚ ਲਿਖਿਆ ਕਿ ਜਿਹੜੇ ਬੰਦਿਆਂ ਨੇ ਸੰਸਕਾਰ ਕਰਨਾ ਹੈ, ਜਿਹੜੇ ਉਹਨਾਂ ਦੀ ਬਾਡੀ ਨੂੰ ਹੱਥ ਲਾਉਣਗੇ, ਉਹਨਾਂ ਦੇ ਪ੍ਰੋਪਰ PPE ਪਰਸਨਲ ਪ੍ਰੋਟੈਕਸ਼ਨ ਇਕਵਿਪਮੈਂਟ ਜਿਹੜੀ ਕਿੱਟ ਹੈ ਉਹ ਪਾਈ ਹੋਣੀ ਚਾਹੀਦੀ ਹੈ, ਡਿਸਪੋਜ਼ੇਬਲ ਹੋਣੀ ਚਾਹੀਦੀ ਹੈ, ਯਾਨੀ ਕਿ ਇੱਕ ਵਾਰੀ ਪਾ ਕੇ ਉਹਨੂੰ ਸੁੱਟ ਦਿੱਤਾ ਜਾਣਾ ਚਾਹੀਦਾ ਹੈ। ਉਹਦੀਆਂ ਜਿਹੜੀਆਂ ਲੌਂਗ ਸਲੀਵਡ ਹੋਣੀ ਚਾਹੀਦੀਆਂ, ਬਾਹਾਂ ਲੰਬੀਆਂ ਹੋਣੀਆਂ ਚਾਹੀਦੀਆਂ ਨੇ, ਕਫ ਜਿਹੜੇ ਤੁਹਾਡੇ ਗਲਵਜ਼ ਨੇ ਉਹ ਪਾਏ ਹੋਣੇ ਚਾਹੀਦੇ ਨੇ, ਵਾਟਰਪ੍ਰੂਫ ਹੋਣੀ ਚਾਹੀਦੀ ਹੈ ਤੇ ਹੱਥ ਨੇ ਜਿਹੜੇ ਉਹ ਸੈਨੀਟਾਈਜ਼ ਕੀਤੇ ਹੋਣੇ ਚਾਹੀਦੇ ਨੇ। ਇਸੇ ਤਰ੍ਹਾਂ ਜਦੋਂ ਕਰੋਨਾ ਵਾਇਰਸ ਪੀੜਤ ਦੀ ਮੌਤ ਹੁੰਦੀ ਹੈ ਉਹਦੇ ਵੀ ਇਸ ਤਰ੍ਹਾਂ ਸਾਰੀ ਕਿੱਟ ਪਾਈ ਹੁੰਦੀ ਹੈ, ਉਹਨੂੰ ਪੂਰਾ ਲਪੇਟਿਆ ਹੁੰਦਾ, ਸੋ ਕੋਈ ਖਤਰਾ ਨਹੀਂ ਹੁੰਦਾ। WHO ਨੇ ਵੀ ਕਿਹਾ ਕਿਉਂਕਿ ਖਤਰਾ ਨਹੀਂ ਹੈ ਵਾਇਰਸ ਫੈਲਣ ਦਾ, ਪਰ ਤੁਸੀਂ ਸਾਵਧਾਨੀਆਂ ਜ਼ਰੂਰ ਵਰਤਣੀਆਂ ਨੇ। ਸੋ ਉੱਥੇ ਜਿਹੜੇ ਆਸ-ਪਾਸ ਖੜੇ ਬੰਦੇ ਹੋਣਗੇ, ਫਿਊਨਰਲ ਦੇ ਵਿੱਚ ਸ਼ਾਮਿਲ ਹੋਣਗੇ, ਅੰਤਿਮ ਸੰਸਕਾਰ ਦੇ ਵਿੱਚ ਸ਼ਾਮਿਲ ਹੋਣਗੇ, ਉਹ ਦੂਰ ਖੜੇ ਨੇ, ਉਹਨਾਂ ਨੂੰ ਉਸ ਦੇ ਨਾਲ ਕੋਈ ਖਤਰਾ ਨਹੀਂ ਹੈ। ਵੈਸੇ ਵੀ ਜਦੋਂ ਡੈੱਡ ਬੋਡੀ ਨੂੰ ਸਾੜਿਆ ਜਾਂਦਾ ਹੈ, ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਤਾਂ ਉਹਦੀ ਹੀਟ ਇੰਨੀ ਜ਼ਿਆਦਾ ਹੁੰਦੀ ਹੈ, 100% ਟੈਂਪਰੇਚਰ ਦੇ ਵਿੱਚ ਵੈਸੇ ਹੀ ਕੋਈ ਵਿਸ਼ਾਣੂ ਨਹੀਂ ਬਚਦਾ ਹੈਗਾ ਤੇ ਹਵਾ ਦੇ ਵਿੱਚ ਉਹਨੇ ਫੈਲਣਾ ਹੀ ਕੀ ਹੈ। ਅੱਗ ਇੱਕ ਸਭ ਤੋਂ ਉੱਤਮ ਤਰੀਕਾ ਹੈ ਕਿਸੇ ਵੀ ਚੀਜ਼ ਨੂੰ ਖਤਮ ਕਰਨ ਦਾ, ਉਹਨੂੰ ਮਿੱਟੀ ਦੇ ਵਿੱਚ ਮਿਲਾਉਣ ਦਾ, ਜਿਹੜਾ ਕਿ ਸਿੱਖ ਸੰਸਕਾਰਾਂ ਦੇ ਵਿੱਚ ਹੈਗਾ। ਉਸ ਤੋਂ ਬਾਅਦ ਗਾਈਡਲਾਈਨਸ ਦੇ ਵਿੱਚ ਹੈ ਕਿ ਸੋਸ਼ਲ ਡਿਸਟੈਂਸਿੰਗ 2 ਮੀਟਰਸ ਦੀ ਹੋਣੀ ਚਾਹੀਦੀ ਹੈ, ਕੋਈ ਹੱਥ ਨਹੀਂ ਮਿਲਾਉਣਾ ਕਿਸੇ ਨੇ ਤੇ ਕਿਸੇ ਨੇ ਇੱਕ ਦੂਸਰੇ ਦੇ ਗਲੇ ਨਹੀਂ ਮਿਲਣਾ ਹੈਗਾ। ਸੋ ਸਾਵਧਾਨੀਆਂ ਵਰਤੋ, ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕਿਸੇ ਦੇ ਅੰਤਿਮ ਸੰਸਕਾਰ ਦੇ ਵਿੱਚ ਹੀ ਨਾ ਜਾਓ। ਸੋ ਇਹ ਗਾਈਡਲਾਈਨਸ ਦਾ ਪ੍ਰਚਾਰ ਸਰਕਾਰ ਕਿਉਂ ਨਹੀਂ ਕਰਦੀ? ਕਿਉਂ ਲੋਕਾਂ ਦੇ ਮਨ ਦੇ ਵਿੱਚ ਇੱਕ ਖੌਫ ਦਹਿਸ਼ਤ ਹੈ ਕਿ ਜਿੱਥੇ ਸੰਸਕਾਰ ਹੋਏਗਾ ਉਸ ਪਿੰਡ ਦੇ ਵਿੱਚ ਹੀ ਵਾਇਰਸ ਫੈਲ ਜਾਏਗਾ? ਇਹ ਬਹੁਤ ਹੀ ਮੂਰਖਤਾ ਭਰੀਆਂ ਗੱਲਾਂ ਨੇ। ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਸ਼੍ਰੋਮਣੀ ਸੰਸਥਾਵਾਂ ਦੀ। ਸ਼੍ਰੋਮਣੀ ਸੰਸਥਾ ਸਿੱਖਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਾਲਾਂਕਿ ਇਹ ਵੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਨੇ ਕਮੇਟੀ ਦੇ, ਉਹਨਾਂ ਦਾ ਬਿਆਨ ਆਇਆ ਸੀ ਕਿ ਜੇ ਕਿਤੇ ਭਾਈ ਨਿਰਮਲ ਸਿੰਘ ਦੇ ਸੰਸਕਾਰ ਲਈ ਥਾਂ ਨਹੀਂ ਮਿਲਦੀ ਤਾਂ ਕਮੇਟੀ ਆਪਣੀ ਥਾਂ ਦੇਗੀ। ਕਿਉਂ ਉਦੋਂ ਇਹ ਬਿਆਨ ਆਉਂਦਾ ਹੈ ਜਦੋਂ ਸੰਸਕਾਰ ਦੇ ਲਈ ਰੌਲਾ ਪੈ ਜਾਂਦਾ, ਜਦੋਂ ਵਿਵਾਦ ਹੋ ਜਾਂਦਾ ਹੈ, ਜਦੋਂ ਸਵੇਰੇ ਉਹਨਾਂ ਦੀ ਮੌਤ ਹੋ ਜਾਂਦੀ ਹੈ, ਉਸ ਵੇਲੇ ਕਿਉਂ ਕਮੇਟੀ ਆਪਣੀ ਜ਼ਿੰਮੇਵਾਰੀ ਨਹੀਂ ਲੈਂਦੀ? ਸ਼੍ਰੋਮਣੀ ਰਾਗੀ ਨੇ ਪਦਮ ਸ਼੍ਰੀ ਪੁਰਸਕਾਰ ਉਹਨਾਂ ਨੂੰ ਮਿਲਿਆ ਹੋਇਆ ਹੈ, ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਰਹੇ ਨੇ, ਉਹਨਾਂ ਦੀ ਮੌਤ ਹੋਈ ਹੈ, ਉਹਨਾਂ ਦੇ ਲਈ ਕੀ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ? ਕਿਉਂ ਸਵੇਰੇ ਹੀ ਜ਼ਿੰਮੇਵਾਰੀ ਨਹੀਂ ਲਈ ਕਮੇਟੀ ਨੇ? ਹਜ਼ਾਰਾਂ ਏਕੜ ਜ਼ਮੀਨ ਹੈ ਕਮੇਟੀ ਦੇ ਕੋਲ, ਗੁਰਦੁਆਰਿਆਂ ਦੇ ਕੋਲ, ਜਿੱਥੇ ਖੇਤੀ ਵੀ ਕੀਤੀ ਜਾਂਦੀ ਹੈ। ਹਜ਼ਾਰਾਂ ਏਕੜ ਦੇ ਵਿੱਚ ਗੁਰਦੁਆਰੇ ਹੀ ਥੋੜੀ ਇਕੱਲੇ ਉਸਰੇ ਹੋਏ ਨੇ ਜਾਂ ਇਕੱਲੇ ਕਾਲਜ ਨਹੀਂ ਉਸਰੇ ਹੋਏ, ਜ਼ਮੀਨਾਂ ਵੀ ਹੈਗੀਆਂ ਨੇ ਜਿੱਥੇ ਖੇਤੀਬਾੜੀ ਵੀ ਕੀਤੀ ਜਾਂਦੀ ਹੈ। ਕਿਉਂ ਸਵੇਰੇ ਹੀ ਇਹ ਐਲਾਨ ਨਹੀਂ ਕੀਤਾ ਗਿਆ ਕਿ ਭਾਈ ਨਿਰਮਲ ਸਿੰਘ ਖਾਲਸਾ ਦੇ ਅੰਤਿਮ ਸੰਸਕਾਰ ਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੈਂਦੀ ਹੈ? ਤਾਂ ਇਹੋ ਜਿਹਾ ਵਿਵਾਦ ਹੀ ਨਾ ਹੁੰਦਾ। ਕਿੰਨੀ ਬੇਇੱਜ਼ਤੀ ਉਸ ਦੁਨੀਆ ਤੋਂ ਜਾ ਚੁੱਕੇ ਇਨਸਾਨ ਦੀ ਮ੍ਰਿਤਕ ਦੇਹ ਦੀ ਕੀਤੀ ਹੈ, ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਲਕੁਲ ਜ਼ਿੰਮੇਵਾਰ ਹੈ। ਜੇ ਸਵੇਰੇ ਇਹ ਐਲਾਨ ਹੁੰਦਾ ਤਾਂ ਪ੍ਰਸ਼ਾਸਨ ਦੀ ਕੀ ਮਜਾਲ ਸੀ ਕਿ ਉਹ ਇਸ ਤਰੀਕੇ ਦੇ ਨਾਲ ਬੇਅਦਬੀ ਕਰਦੇ ਮ੍ਰਿਤਕ ਦੇਹ ਦੀ। ਉਸ ਤੋਂ ਬਾਅਦ ਕੀ ਇਹ ਵੀ ਜ਼ਿੰਮੇਵਾਰੀ ਨਹੀਂ ਬਣਦੀ ਸੀ ਕਿ ਇੱਕ ਪਦਮ ਸ਼੍ਰੀ ਪੁਰਸਕਾਰ ਪ੍ਰਾਪਤ, ਪਦਮ ਸ਼੍ਰੀ ਨਾ ਵੀ ਹੋਵੇ ਤਾਂ ਹਜ਼ੂਰੀ ਰਾਗੀ, ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਦਾ ਬਹੁਤ ਵੱਡਾ ਅਹੁਦਾ ਹੁੰਦਾ ਹੈ, ਬਹੁਤ ਹੀ ਸਨਮਾਨ ਹੈ ਪੰਥ ਦੇ ਵਿੱਚ ਰਾਗੀ ਸਾਹਿਬਾਨਾਂ ਦਾ, ਗੁਰੂ ਘਰ ਦੇ ਕੀਰਤਨੀਆਂ ਦਾ, ਕਥਾਵਾਚਕਾਂ ਦਾ। ਕੀ ਇਹ ਫਰਜ਼ ਨਹੀਂ ਬਣਦਾ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦਾ ਕਿ ਉਹਨਾਂ ਦੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਿਲ ਹੋ ਜਾਂਦੇ? ਬਸ਼ਰਤੇ ਕਿ ਤੁਸੀਂ ਸਾਰੀਆਂ ਸਾਵਧਾਨੀਆਂ ਜ਼ਰੂਰ ਅਪਣਾਓ। ਤੁਸੀਂ ਜਾ ਸਕਦੇ ਸੀ, ਤੁਸੀਂ ਇੱਕ ਸੁਪਰੀਮ ਸੰਸਥਾ, ਸਿੱਖਾਂ ਦੀ ਸੁਪਰੀਮ ਸੰਸਥਾ ਦੇ ਜਥੇਦਾਰ ਹੋ, ਤੁਸੀਂ ਕੀ ਤੁਹਾਡਾ ਉੱਥੇ ਜਾਣਾ ਫਰਜ਼ ਨਹੀਂ ਬਣਦਾ ਸੀ? ਇੱਕ ਬੰਦਾ ਉਹਨਾਂ ਦੇ ਪਰਿਵਾਰ ਦਾ ਉੱਥੇ ਹੈ, ਬਾਕੀ ਕੋਈ ਨਹੀਂ ਹੈ ਉੱਥੇ। ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਮਲਕੀਤ ਸਿੰਘ ਉੱਥੇ ਅੰਤਿਮ ਅਰਦਾਸ ਕਰਦੇ ਨੇ, ਹੋਰ ਕੋਈ ਉੱਥੇ ਨਹੀਂ। 10 ਜਾਣੇ ਜਦੋਂ ਜਾ ਸਕਦੇ ਨੇ, ਕੀ ਉਹਨਾਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼ਾਮਿਲ ਨਹੀਂ ਹੋ ਸਕਦੇ ਸੀ? ਕੀ SGPC ਦੇ ਪ੍ਰਧਾਨ ਨਹੀਂ ਸ਼ਾਮਿਲ ਹੋ ਸਕਦੇ ਸੀ? ਕੀ ਮੁੱਖ ਮੰਤਰੀ ਨਹੀਂ ਸ਼ਾਮਿਲ ਹੋ ਸਕਦੇ ਸੀ?
ਅੱਜ ਜੇ ਕਿਸੇ ਵੀ ਦੇਸ਼ ਦੇ ਵਿੱਚ ਕਿਸੇ ਵੀ ਵੱਡੇ ਉੱਚ ਅਹੁਦੇ ਦੀ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਦੀ ਇਸ ਬਿਮਾਰੀ ਦੇ ਨਾਲ ਮੌਤ ਹੋ ਜਾਂਦੀ ਹੈ ਤਾਂ ਕੀ ਸ਼ਾਮਿਲ ਨਹੀਂ ਹੋਣਗੇ? ਜਿਹੜੇ ਵੱਡੇ ਅਹੁਦਿਆਂ ਤੇ ਬੰਦੇ ਬੈਠੇ ਨੇ, ਜਿਹੜੇ ਮੰਤਰਾਲਿਆਂ ਦੇ ਵਿੱਚ ਨੇ, ਜਿਹੜੇ ਮੰਤਰੀ ਨੇ, ਵਿਧਾਇਕ ਨੇ, ਕੀ ਉਹ ਸ਼ਾਮਿਲ ਨਹੀਂ ਹੋਣਗੇ? ਤਾਂ ਇਹਨਾਂ ਦਾ ਅਹੁਦਾ ਕੋਈ ਛੋਟਾ ਨਹੀਂ ਸੀਗਾ। ਇੱਕ ਜ਼ਿੰਮੇਵਾਰੀ ਬਣਦੀ ਸੀ, ਇੱਥੇ ਇੱਕ ਏਕਤਾ ਦਿਖਾਉਣ ਦੀ ਜ਼ਰੂਰਤ ਹੁੰਦੀ ਹੈ, ਯੂਨਿਟੀ ਦਿਖਾਉਣ ਦੀ ਜ਼ਰੂਰਤ ਹੁੰਦੀ ਹੈ। ਇੱਕ ਇਤਿਹਾਸ ਬਣਿਆ ਕੱਲ ਦੇ ਦਿਨ ਦਾ। ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ ਹੋਈ, ਕਰੋਨਾ ਵਾਇਰਸ ਦੇ ਨਾਲ ਮੌਤ ਹੋਈ, ਇਹ ਵੀ ਵੱਡੀ ਖਬਰ, ਇਹ ਵੀ ਇੱਕ ਬਹੁਤ ਵੱਡਾ ਸਦਮਾ ਸੀ ਪੰਥ ਲਈ। ਉਸ ਤੋਂ ਬਾਅਦ ਕਿਸ ਤਰੀਕੇ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ, ਇਹ ਵੀ ਲਿਖਿਆ ਜਾਏਗਾ ਇਤਿਹਾਸ ਦੇ ਵਿੱਚ। ਤੇ ਜੇ ਉੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼ਾਮਿਲ ਹੁੰਦੇ ਤਾਂ ਉਹ ਵੀ ਇਤਿਹਾਸ ਦੇ ਵਿੱਚ ਲਿਖਿਆ ਜਾਣਾ ਸੀ। ਸੋ ਇਹ ਜ਼ਿੰਮੇਵਾਰੀ ਬਣਦੀ ਸੀ। ਇੱਕ ਹੋਰ ਬੜਾ ਅਹਿਮ ਪੱਖ ਹੈ ਕਿ ਜਿਹੜੇ ਵੀ ਸੂਬੇ ਦੇ ਵਿੱਚ ਪਦਮ ਸ਼੍ਰੀ ਪੁਰਸਕਾਰ ਪ੍ਰਾਪਤ ਵਿਅਕਤੀ ਨੇ, ਜਿਹੜੇ ਰਹਿੰਦੇ ਨੇ, ਤਾਂ ਜਦੋਂ ਉਹਨਾਂ ਦੀ ਡੈਥ ਹੁੰਦੀ ਹੈ ਤਾਂ ਉਹਨਾਂ ਨੂੰ ਬੜੇ ਮਾਣ ਸਨਮਾਨ ਦੇ ਨਾਲ ਵਿਦਾ ਕੀਤਾ ਜਾਂਦਾ ਹੈ, ਚਾਹੇ ਉਹ ਕਿਸੇ ਵੀ ਤਰੀਕੇ ਦੇ ਨਾਲ ਮਰੇ ਹੋਣ। ਬਿਮਾਰੀ ਦੇ ਨਾਲ ਅੱਜ ਤੱਕ ਦੁਨੀਆ ਦੇ ਵਿੱਚ ਕਿੰਨੇ ਲੋਕ ਮਰੇ ਹੋਣਗੇ, ਕੌਣ ਨਹੀਂ ਮਰਦਾ। ਆਮ ਜਿਹੜੀ ਮੌਤ ਹੈ ਉਹ ਬਹੁਤ ਘੱਟ ਲੋਕਾਂ ਨੂੰ ਆਉਂਦੀ ਹੈ, ਜਿਹੜੀ ਕੁਦਰਤੀ ਮੌਤ ਹੁੰਦੀ ਹੈ। ਕਦੇ ਕੋਈ ਐਕਸੀਡੈਂਟ ਦੇ ਨਾਲ ਮਰਦਾ ਹੈ, ਕੋਈ ਬਿਮਾਰੀ ਦੇ ਨਾਲ ਮਰਦਾ ਹੈ, ਕੋਈ ਕਿਸੇ ਤਰੀਕੇ ਨਾਲ ਮਰਦਾ ਹੈ। ਸੋ ਕਿ ਗੋਡ ਆਫ ਆਨਰ ਉਹਨਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਸਰਕਾਰ ਦੇ ਵੱਲੋਂ। ਪਰ ਇੱਥੇ ਸਰਕਾਰ ਨੇ ਵੀ ਕੋਈ ਜ਼ਿੰਮੇਵਾਰੀ ਨਹੀਂ ਨਿਭਾਈ, ਸੰਸਥਾਵਾਂ ਨੇ ਵੀ ਕੋਈ ਜ਼ਿੰਮੇਵਾਰੀ ਨਹੀਂ ਨਿਭਾਈ, ਸਭ ਫੇਲ ਹੋਈਆਂ ਨੇ। ਤੇ ਭਾਈ ਨਿਰਮਲ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਉਹਨਾਂ ਦੀ ਮ੍ਰਿਤਕ ਦੇਹ ਜਿਹੜੀ ਆ ਉਹ ਕੱਲੀ ਉੱਥੇ ਚਿਖਾ ਦੇ ਵਿੱਚ ਸੜਦੀ ਹੈ। ਬਹੁਤ ਚੰਗਾ ਹੁੰਦਾ ਜੇ ਉੱਥੇ 10 ਜਣੇ ਮੌਜੂਦ ਹੁੰਦੇ, ਉਹ 10 ਜਣੇ ਜਿਨ੍ਹਾਂ ਦੇ ਉੱਥੇ ਮੌਜੂਦ ਹੋਣ ਨਾਲ ਬਹੁਤ ਫਰਕ ਪੈਣਾ ਸੀ। ਅਗਲਾ ਸਵਾਲ ਤਾਂ ਸਾਡੇ ਸਾਰਿਆਂ ਦੇ ਲਈ ਹੈ। ਮੌਤ ਇੱਕ ਅਟੱਲ ਸੱਚਾਈ ਹੈ। ਜਨਮ ਹੈ ਤਾਂ ਮੌਤ ਵੀ ਹੈ। ਮੌਤ ਕਿਹੜੇ ਕਾਰਨ ਨਾਲ ਹੋਣੀ ਹੈ ਉਹ ਅਸੀਂ ਨਹੀਂ ਜਾਣਦੇ, ਉਹ ਸਿਰਫ ਜਿਹੜਾ ਦਾਤਾ ਹੈ ਉਹ ਜਾਣਦਾ ਹੈ ਕਿ ਮੌਤ ਕਿਸ ਤਰੀਕੇ ਨਾਲ ਹੋਣੀ ਹੈ। ਦੁਨੀਆ ਤੇ ਕੋਈ ਇਹੋ ਜਿਹਾ ਵਿਅਕਤੀ ਨਹੀਂ ਜਿਹੜਾ ਉਹਦਾ ਭਵਿੱਖ ਜਾਣਦਾ ਹੋਵੇ ਕਿ ਮੈਂ ਕਦੋਂ ਮਰਨਾ ਹੈ। ਸੋ ਮੌਤ ਸਭ ਨੂੰ ਆਉਣੀ ਹੈ ਤੇ ਅਸੀਂ ਇਖਲਾਕੀ ਤੌਰ ਤੇ ਇੰਨੇ ਡਿੱਗ ਗਏ ਹਾਂ, ਇੰਨੇ ਮਰ ਗਏ ਹਾਂ ਮਾਨਸਿਕ ਤੌਰ ਤੇ ਕਿ ਅਸੀਂ ਜਿਹੜੇ ਇਸ ਬਿਮਾਰੀ ਦੇ ਨਾਲ ਮਰ ਰਹੇ ਮਰੀਜ਼ ਨੇ, ਜਿਹੜੇ ਲੋਕ ਵੀ ਇਹ ਕਰਦੇ ਨੇ, ਸਾਰੇ ਨਹੀਂ ਹੈਗੇ, ਜਿਹੜੇ ਲੋਕ ਵੀ ਕਰਦੇ ਨੇ ਮਾਨਸਿਕ ਤੌਰ ਤੇ ਮਰ ਚੁੱਕੇ ਨੇ, ਉਹ ਮਾਨਸਿਕ ਮੌਤਾਂ ਮਰ ਚੁੱਕੇ ਨੇ। ਭਾਵੇਂ ਉਹਨਾਂ ਦੇ ਸਰੀਰ ਜਿਉਂਦੇ ਹੋਣ, ਉਹ ਬੜੀਆਂ ਜਿਹੜੀਆਂ ਹਉਮੈ ਦੇ ਵਿੱਚ ਫਿਰਦੇ ਨੇ ਕਿ ਅਸੀਂ ਜਿਉਂਦੇ ਹਾਂ, ਅਸੀਂ ਜਿਉਂਦੇ ਰਹਿਣਾ ਹੈ, ਅਸੀਂ ਇਹ ਬਿਮਾਰੀ ਆਪਣੇ ਲਾਗੇ ਨਹੀਂ ਲੱਗਣ ਦੇਣੀ। ਪਰ ਕੋਈ ਪਤਾ ਨਹੀਂ ਹੁੰਦਾ, ਇਹ ਕੁਦਰਤ ਦਾ ਹੀ ਰਚਾਇਆ ਕੋਈ ਖੇਲ ਨਹੀਂ ਤਾਂ ਹੋਰ ਕੀ ਹੈ ਕਿ ਪੂਰੀ ਦੁਨੀਆ ਨੂੰ ਇੱਕ ਲਾਈਨ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ। ਤਾਂ ਚਾਹੇ ਕੋਈ ਛੋਟਾ ਚਾਹੇ ਕੋਈ ਵੱਡਾ, ਹਰ ਕੋਈ ਬਚ ਰਿਹਾ ਸਿਰਫ ਇਸ ਬਿਮਾਰੀ ਤੋਂ। ਸੋ ਇੰਨੇ ਅਸੀਂ ਇਖਲਾਕੀ ਤੌਰ ਤੇ ਨਾ ਡਿੱਗੀਏ ਕਿ ਜੇ ਕਿਸੇ ਦੀ ਮੌਤ ਹੁੰਦੀ ਹੈ ਉਹਦੀ ਮ੍ਰਿਤਕ ਦੇਹ ਤੋਂ ਡਰਦੇ ਅਸੀਂ ਸ਼ਮਸ਼ਾਨ ਘਾਟਾਂ ਦੇ ਦਰਵਾਜ਼ੇ ਹੀ ਬੰਦ ਕਰ ਲਈਏ। ਜਿਨੇ ਵੀ ਪੰਜਾਬ ਦੇ ਵਿੱਚ ਇਹ ਕੀਤਾ, ਜਿਨ੍ਹਾਂ ਦੀ ਵੀ ਇਹ ਸੋਚ ਹੈ, ਉਹਨਾਂ ਨੇ ਪੂਰੇ ਪੰਜਾਬ ਨੂੰ ਸ਼ਰਮਸਾਰ ਕੀਤਾ ਹੈ, ਪੂਰੇ ਪੰਜਾਬ ਦੇ ਮੱਥੇ ਤੇ ਇੱਕ ਕਲੰਕ ਲਾਇਆ। ਸੋ ਅਸੀਂ ਇਹੀ ਦੁਆ ਕਰਦੇ ਹਾਂ, ਆਸ ਕਰਦੇ ਹਾਂ ਤੇ ਤੁਹਾਨੂੰ ਅਪੀਲ ਕਰਦੇ ਹਾਂ ਕਿ ਸੁਰੱਖਿਅਤ ਰਹੋ, ਪਰਹੇਜ਼ ਰੱਖੋ, ਸਰੀਰਾਂ ਦੀ ਦੂਰੀ ਰੱਖੋ, ਪਰ ਆਪਣੇ ਮਨਾਂ ਦੇ ਵਿੱਚ ਕਰੋਨਾ ਨਾ ਵਾੜੋ। ਧੰਨਵਾਦ।